ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਾਰਨ ਕੌਰ ਬਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ एस्टेट ਬ੍ਰੋਕਰ ਮੋਹਨ ਚੀਮਾ। ਰੀਅਲ एस्टेट ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦਾ ਪਾਸਪੋਰਟ ਹੁਣ $20 ਹੋਇਆ ਮਹਿੰਗਾ। ਓਮਿਕਰੌਨ ਨੇ ਦੁਨੀਆ ਭਰ ਵਿੱਚ ਮਚਾਇਆ ਕਹਿਰ। 4 ਦਿਨਾਂ ਵਿੱਚ 11,500 ਉਡਾਣਾਂ ਰੱਦ। ਬਾਈਡਨ ਨੇ $768.2 ਅਰਬ ਦੇ ਰੱਖਿਆ ਖਰਚ ਬਿੱਲ ਤੇ ਕੀਤੇ ਦਸਤਖਤ। ਨਿਊਯਾਰਕ ਦੀ ਗਵਰਨਰ ਦਾ ਵੱਡਾ ਫੈਸਲਾ। ਇੱਕ ਰਿਪੋਰਟ ਸਾਹਮਣੇ ਆਉਣ ਤੇ ਐਲਾਨਿਆ ਨਸਲਵਾਦ ਸੰਕਟ। ਸ਼ੀਤ ਯੁੱਧ ਵਿੱਚ ਸਾਬਕਾ ਸੋਵੀਅਤ ਸੰਘ ਵਾਂਗ ਨਹੀਂ ਹਾਰੇਗਾ ਚੀਨ। ਚੀਨੀ ਰਾਜਦੂਤ ਨੇ ਦਿੱਤੀ ਅਮਰੀਕੀ ਸਰਕਾਰ ਨੂੰ ਧਮਕੀ। ਡਾਕਟਰ ਫੌਚੀ ਦੀ ਸਲਾਹ। ਘਰੇਲੂ ਉਡਾਣਾਂ ਲਈ ਵੀ ਟੀਕਾਕਰਨ ਲਾਜ਼ਮੀ ਕਰੇ ਅਮਰੀਕਾ। ਓਮਿਕਰੌਨ ਦੀ ਦਹਿਸ਼ਤ ਵਿਚਕਾਰ ਅਮਰੀਕਾ ਨੇ ਸੰਕਰਮਿਤ ਲੋਕਾਂ ਨੂੰ ਦਿੱਤੀ ਵੱਡੀ ਰਾਹਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਵਿੱਚ ਹੁਣ ਤੋਂ ਪਾਸਪੋਰਟ ਫੀਸ $20 ਵੱਧ ਗਈ ਹੈ ਅਤੇ ਹੁਣ ਨਵਾਂ ਪਾਸਪੋਰਟ ਬਣਾਉਣ ਦੀ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ $165 ਅਦਾ ਕਰਨੇ ਹੋਣਗੇ, ਜਦਕਿ ਪਾਸਪੋਰਟ ਨਵਿਆਉਣ ਲਈ $130 ਫੀਸ ਲੱਗੇਗੀ। ਵਿਦੇਸ਼ ਵਿਭਾਗ ਨੇ ਕਿਹਾ ਕਿ ਫੀਸ ਵਿੱਚ ਵਾਧਾ ਬੇहद ਲਾਜ਼ਮੀ ਹੋ ਗਿਆ ਸੀ ਅਤੇ ਹੁਣ 16 ਸਾਲ ਤੋਂ ਘੱਟ ਉਮਰ ਵਾਲਿਆਂ ਦਾ ਪਾਸਪੋਰਟ ਬਣਾਉਣ ਲਈ $135 ਵਸੂਲ ਕੀਤੇ ਜਾਣਗੇ। ਵਿਦੇਸ਼ ਵਿਭਾਗ ਨੇ ਦੱਸਿਆ ਕਿ ਪਾਸਪੋਰਟ ਅਰਜ਼ੀਆਂ ਦਾ ਨਿਪਟਾਰਾ 8 ਤੋਂ 11 ਹਫ਼ਤੇ ਦੇ ਅੰਦਰ ਕੀਤਾ ਜਾ ਰਿਹਾ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਮਿਆਦ ਵਿੱਚ ਹੋਰ ਸੁਧਾਰ ਹੋ ਸਕਦਾ ਹੈ। ਦੂਜੇ ਪਾਸੇ ਅਮਰੀਕੀ ਐਮਬੈਸੀਆਂ ਅਤੇ ਕੌਂਸੂਲੇਟਸ ਵਿੱਚ ਸੀਮਤ ਕੰਮ ਹੋਣ ਕਾਰਨ ਇਮੀਗ੍ਰੈਂਟ ਵੀਜ਼ਾ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ। ਕੋਰੋਨਾ ਵਾਇਰਸ ਦੇ 5 ਗੁਣਾ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵੇਰੀਐਂਟ ਓਮਿਕਰੌਨ ਦਾ ਸਿੱਧਾ ਅਸਰ ਕੌਮਾਂਤਰੀ ਯਾਤਰਾ ਤੇ ਪਿਆ। ਯੂਰਪ ਤੇ ਯੂਐਸ ਦੇ ਕਈ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ਤੱਕ ਪਹੁੰਚਣ ਕਰਕੇ ਵੱਡੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਰਕੇ ਲੱਖਾਂ ਲੋਕਾਂ ਨੇ ਛੁੱਟੀਆਂ ਤੇ ਬ੍ਰੇਕ ਤੋਂ ਵਾਪਸ ਪਰਤਣਾ ਪਿਆ। ਸ਼ੁੱਕਰਵਾਰ ਤੋਂ ਦੁਨੀਆ ਭਰ ਵਿੱਚ ਲਗਭਗ 11,500 ਉਡਾਣਾਂ ਰੱਦ ਕੀਤੀਆਂ ਗਈਆਂ। ਸਾਲ ਦੇ ਸਭ ਤੋਂ ਬਿਜ਼ੀ ਯਾਤਰਾ ਸਮੇਂ ਦੌਰਾਨ ਹਜ਼ਾਰਾਂ ਉਡਾਣਾਂ ਵਿੱਚ ਦੇਰੀ ਹੋਈ ਹੈ। ਕਈ ਏਅਰਲਾਈਨਾਂ ਨੇ ਕਿਹਾ ਕਿ ਕਰੂ ਮੈਂਬਰਸ ਦੇ ਕੋਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਉਡਾਣਾਂ ਰੱਦ ਕੀਤੀਆਂ ਗਈਆਂ ਨੇ। ਰਿਪੋਰਟਾਂ ਮੁਤਾਬਕ ਓਮਿਕਰੌਨ ਦਾ ਦੁਨੀਆ ਭਰ ਦੀਆਂ ਏਅਰਲਾਈਨਾਂ ਤੇ ਅਸਰ ਪਿਆ। ਸੋਮਵਾਰ ਤੋਂ ਲਗਭਗ 3,000 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੰਗਲਵਾਰ ਲਈ 1100 ਹੋਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਇਸ ਦੌਰਾਨ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸੋਮਵਾਰ ਤੋਂ ਬਿਨਾਂ ਲੱਛਣ ਵਾਲੇ ਮਰੀਜ਼ਾਂ ਦੀ ਆਈਸੋਲੇਸ਼ਨ ਨੂੰ 10 ਦਿਨਾਂ ਤੋਂ ਘਟਾ ਕੇ 5 ਦਿਨਾਂ ਤੱਕ ਕਰ ਦਿੱਤਾ ਹੈ, ਤਾਂ ਜੋ ਵਧੇਰੇ ਲੋਕਾਂ ਦੇ ਕੰਮ ਤੇ ਵਾਪਸ ਆਉਣ ਅਤੇ ਮਜ਼ਦੂਰਾਂ ਦੀ ਘਾਟ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ। ਅਮਰੀਕਾ ਦੇ ਨਿਊਯਾਰਕ ਵਿੱਚ ਓਮਿਕਰੌਨ ਦੇ ਮਾਮਲਿਆਂ 'ਚ ਵਾਧੇ ਦੇ ਨਾਲ ਹੀ ਹਸਪਤਾਲਾਂ ਵਿੱਚ ਦਾਖਲ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਨਿਊਯਾਰਕ ਹੈਲਥ ਡਿਪਾਰਟਮੈਂਟ ਦੇ ਮੁਤਾਬਕ ਹਸਪਤਾਲਾਂ 'ਚ ਭਰਤੀ 18 ਸਾਲ ਤੋਂ ਵੱਧ ਉਮਰ ਦੇ ਕੋਰੋਨਾ ਮਰੀਜ਼ਾਂ ਵਿੱਚ 4 ਗੁਣਾ ਵਾਧਾ ਹੋਇਆ। ਸੰਕਰਮਿਤ ਲੋਕਾਂ ਵਿੱਚੋਂ ਅੱਧਿਆਂ ਦੀ ਉਮਰ 5 ਸਾਲ ਤੋਂ ਘੱਟ ਹੈ। ਜਨਵਰੀ ਵਿੱਚ ਹੋਰ ਮਾਮਲਿਆਂ ਵਿੱਚ ਵਾਧਾ ਹੋਣ ਦੀ ਉਮੀਦ ਹੈ, ਇਸ ਲਈ ਟੈਸਟਿੰਗ ਅਤੇ ਟੀਕਾਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਰਾਸ਼ਟਰਪਤੀ ਜੋ ਬਾਈਡਨ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਂਥਨੀ ਫੌਸੀ ਨੇ ਅਪੀਲ ਕੀਤੀ ਹੈ ਕਿ ਲੋਕ ਬੰਦ ਥਾਵਾਂ ਤੇ ਪਾਰਟੀਆਂ ਜਾਂ ਜਸ਼ਨਾਂ ਤੇ ਨਾ ਜਾਣ ਜਿੱਥੇ ਇਹ ਨਹੀਂ ਪਤਾ ਕਿ ਕਿਸ ਨੂੰ ਟੀਕਾ ਲੱਗਾ ਹੋਇਆ ਹੈ ਅਤੇ ਕਿਸ ਨੂੰ ਨਹੀਂ। ਘੱਟ ਲੋਕਾਂ ਨਾਲ ਘਰ ਵਿੱਚ ਜਸ਼ਨ ਮਨਾਓ ਜਿੱਥੇ ਹਰ ਕਿਸੇ ਨੂੰ ਇੱਕ ਦੂਜੇ ਦੇ ਟੀਕਾਕਰਨ ਬਾਰੇ ਪਤਾ ਹੋਵੇ। ਉਹਨਾਂ ਲੋਕਾਂ ਨੂੰ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਨਿਊ ਸਾਊਥ ਵੇਲਜ਼ ਵਿੱਚ ਓਮਿਕਰੌਨ ਕਰਕੇ ਪਹਿਲੇ 80 ਸਾਲ ਮਰੀਜ਼ ਦੀ ਮੌਤ ਹੋ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਨੈਸ਼ਨਲ ਡਿਫੈਂਸ ਅਥਾਰਾਈਜ਼ੇਸ਼ਨ ਐਕਟ ਦੇ ਦਸਤਖਤ ਕਰ ਦਿੱਤੇ ਤੇ ਉਸ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਇਸ ਕਾਨੂੰਨ ਤਹਿਤ ਰੱਖਿਆ ਵਸਤਾਂ ਤੇ ਖਰਚ ਲਈ $768.2 ਅਰਬ ਅਧਿਕਾਰਿਤ ਕੀਤੇ ਗਏ ਨੇ, ਜਿਸ ਵਿੱਚ 2022 ਲਈ ਰੱਖਿਆ ਸੇਵਾਵਾਂ ਦੇ ਮੈਂਬਰਾਂ ਦੀਆਂ ਤਨਖਾਹਾਂ ਵਿੱਚ 2.7% ਵਾਧਾ ਵੀ ਸ਼ਾਮਲ ਹੈ। ਐਨਡੀਏ ਫੌਜੀ ਖਰਚਿਆਂ ਵਿੱਚ 5% ਵਾਧੇ ਨੂੰ ਅਧਿਕਾਰਿਤ ਕਰਦਾ ਹੈ ਅਤੇ ਫੌਜੀ ਨਿਆਂ ਪ੍ਰਣਾਲੀ ਵਿੱਚ ਸੁਧਾਰ ਤੋਂ ਲੈ ਕੇ ਸਿਪਾਹੀਆਂ ਲਈ ਕੋਵਿਡ-19 ਟੀਕਾਕਰਨ ਦੀਆਂ ਜ਼ਰੂਰਤਾਂ ਤੱਕ ਦੇ ਮੁੱਦਿਆਂ ਤੇ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਵਿਚਕਾਰ ਗਹਿਰੀ ਗੱਲਬਾਤ ਦਾ ਨਤੀਜਾ ਹੈ। ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਐਕਟ ਫੌਜੀ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰਦਾ ਹੈ ਅਤੇ ਨਿਆਂ ਤੱਕ ਪਹੁੰਚ ਨੂੰ ਵਧਾਉਂਦਾ ਹੈ ਅਤੇ ਸਾਡੇ ਦੇਸ਼ ਦੀ ਰਾਸ਼ਟਰੀ ਰੱਖਿਆ ਦਾ ਸਮਰਥਨ ਕਰਨ ਲਈ ਮੁੱਖ ਅਧਿਕਾਰੀਆਂ ਨੂੰ ਸੂਚੀਬੱਧ ਕਰਦਾ ਹੈ। $768.2 ਅਰਬ ਦੀ ਅਧਿਕਾਰਤ ਰਕਮ ਉਸ ਰਾਸ਼ੀ ਤੋਂ $25 ਅਰਬ ਵੱਧ ਹੈ, ਜਿਸ ਲਈ
ਵਾਈਡਨ ਨੇ ਸ਼ੁਰੂ ਵਿੱਚ ਸੰਸਦ ਨੂੰ ਬੇਨਤੀ ਕੀਤੀ ਸੀ। ਸਾਬਕਾ ਪ੍ਰਸਤਾਵ ਨੂੰ ਦੋਵਾਂ ਪਾਰਟੀਆਂ ਦੇ ਮੈਂਬਰਾਂ ਦੁਆਰਾ ਚਿੰਤਾਵਾਂ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਹ ਮਿਲਟਰੀ ਮਾਮਲੇ ਵਿੱਚ ਚੀਨ ਅਤੇ ਰੂਸ ਸਮਾਨ ਫੌਜੀ ਸਮਰੱਥਾ ਨੂੰ ਕਾਇਮ ਰੱਖਣ ਦੇ ਅਮਰੀਕੀ ਯਤਨਾਂ ਨੂੰ ਕਮਜ਼ੋਰ ਕਰੇਗਾ। ਨਵਾਂ ਬਿੱਲ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਪੱਖੀ ਸਮਰਥਨ ਨਾਲ ਪਾਸ ਹੋਇਆ। ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਨੇ ਬਿੱਲ ਰਾਹੀਂ ਫੌਜੀ ਨਿਆਂ ਪ੍ਰਣਾਲੀ ਦੇ ਸੁਧਾਰ ਦੀ ਸ਼ਲਾਘਾ ਕੀਤੀ ਹੈ, ਜੋ ਜਿਨਸੀ ਹਮਲਿਆਂ ਸਮੇਤ ਅਪਰਾਧਾਂ ਵਿੱਚ ਫੌਜੀ ਕਮਾਂਡਰਾਂ ਦੇ ਹੱਥਾਂ ਤੋਂ ਮੁਕੱਦਮੇ ਦੇ ਅਧਿਕਾਰ ਖੇਤਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੈ ਜਾਏਗਾ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਗਵਰਨਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਇਹ ਫੈਸਲੇ ਮੁਤਾਬਕ ਨਿਊਯਾਰਕ ਵਿੱਚ ਨਸਲਵਾਦ ਨੂੰ ਹੁਣ ਜਨਤਕ ਸਿਹਤ ਸੰਕਟ ਘੋਸ਼ਿਤ ਕੀਤਾ ਗਿਆ। ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਸ਼ਾਮਲ ਨਿਊਯਾਰਕ 'ਚ ਵੱਡਾ ਕਦਮ ਇੱਕ ਰਿਪੋਰਟ ਆਉਣ ਦੇ ਸਿਰਫ 17 ਦਿਨ ਬਾਅਦ ਚੁੱਕਿਆ ਗਿਆ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਨਿਊਯਾਰਕ 'ਚ ਰਹਿਣ ਵਾਲੀਆਂ ਗੈਰ ਗੋਰੀਆਂ ਗਰਭਵਤੀ ਔਰਤਾਂ ਦੀ ਮੌਤ ਦਰ ਗੋਰੀ ਗਰਭਵਤੀ ਔਰਤਾਂ ਦੇ ਮੁਕਾਬਲੇ 8 ਗੁਣਾ ਜ਼ਿਆਦਾ ਹੈ। ਗੈਰ ਗੋਰੀਆਂ ਔਰਤਾਂ ਨੂੰ ਵੀ ਸਹੀ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਨਿਊਯਾਰਕ ਦੀ ਗਵਰਨਰ ਕੈਥੀ ਹੌਚੂਲ ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਬਦਲਾਅ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦਾ ਉਦੇਸ਼ ਗੈਰ ਗੋਰਿਆਂ ਅਤੇ ਨਸਲ ਘੱਟ ਗਿਣਤੀ ਜਿਵੇਂ ਕਿ ਏਸ਼ੀਆਈ ਅਤੇ ਦੱਖਣੀ ਅਮਰੀਕੀ ਲੋਕਾਂ ਨੂੰ ਢੁਕਵੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਗੈਰ ਗੋਰੇ ਅਤੇ ਹੋਰ ਨਸਲੀ ਘੱਟ ਗਿਣਤੀਆਂ ਨਾਲ ਕਰੋਨਾ ਦੇ ਦੌਰ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਿਤਕਰਾ ਕੀਤਾ ਗਿਆ ਸੀ। ਨਵੇਂ ਕਾਨੂੰਨਾਂ ਮੁਤਾਬਕ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੂੰ ਹੁਣ ਨਫ਼ਰਤੀ ਅਪਰਾਧ ਦੀ ਪਰਿਭਾਸ਼ਾ ਦਾ ਵੀ ਵਿਸਥਾਰ ਕਰਨਾ ਹੋਏਗਾ। ਨਸਲੀ ਘੱਟ ਗਿਣਤੀਆਂ ਦੀਆਂ ਭਾਸ਼ਾਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਟੈਕਨੋਲੋਜੀ ਐਪ ਨੂੰ ਬਿਹਤਰ ਬਣਾਉਣ ਦੇ ਆਦੇਸ਼ ਵੀ ਦਿੱਤੇ ਗਏ ਨੇ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿੱਚ 700 ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਪਿਛਲੇ 1 ਸਾਲ ਦੌਰਾਨ ਨਿਊਯਾਰਕ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ ਨਫ਼ਰਤੀ ਅਪਰਾਧ ਦੇ 361% ਮਾਮਲਿਆਂ ਵਿੱਚ ਵਾਧਾ ਹੋਇਆ। ਨਵਾਂ ਕਾਨੂੰਨ ਪਾਸ ਕਰਨ ਤੋਂ ਬਾਅਦ ਗਵਰਨਰ ਕੈਥੀ ਨੇ ਕਿਹਾ ਕਿ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਹੈ। ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਰੰਗ ਭੇਦ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਚੀਨ ਸਾਬਕਾ ਸੋਵੀਅਤ ਸੰਘ ਵਾਂਗ ਨਹੀਂ ਹੈ ਜਿਹੜਾ ਸ਼ੀਤ ਯੁੱਧ ਵਿੱਚ ਹਾਰ ਜਾਵੇ। ਅਮਰੀਕਾ 'ਚ ਤਾਇਨਾਤ ਰਾਜਦੂਤ ਕਵਿਨ ਗਾਂਗ ਨੇ ਇੱਕ ਇੰਟਰਵਿਊ ਵਿੱਚ ਅਮਰੀਕੀ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ। ਵੱਡੇ ਅਮਰੀਕੀ ਮੀਡੀਆ ਘਰਾਣਿਆਂ ਦੇ ਮੁੱਖ ਸੰਪਾਦਕਾਂ ਤੇ ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਅਮਰੀਕਾ ਤੇ ਚੀਨ ਵਿਚਕਾਰ ਮੌਜੂਦਾ ਤਣਾਅ ਤੇ ਗਾਂਗ ਨੇ ਕਿਹਾ, ਜੇਕਰ ਲੋਕ ਅਸਲ ਵਿੱਚ ਚੀਨ ਖਿਲਾਫ ਸ਼ੀਤ ਯੁੱਧ ਛੇੜਨਾ ਚਾਹੁੰਦੇ ਨੇ ਤਾਂ ਮੈਂ ਕਹਿਣਾ ਚਾਹਾਂਗਾ ਕਿ ਚੀਨ ਹਾਰੇਗਾ ਨਹੀਂ। ਚੀਨ ਦੇ ਰਾਜਦੂਤ ਨੇ ਕਿਹਾ ਕਿ ਉਹ ਲੋਕ ਠੰਡੀ ਜੰਗ ਨਹੀਂ ਜਿੱਤ ਸਕਣਗੇ। ਪਹਿਲੀ ਗੱਲ, ਚੀਨ ਸੋਵੀਅਤ ਸੰਘ ਨਹੀਂ ਹੈ। ਚੀਨ ਦੀ ਕਮਿਊਨਿਸਟ ਪਾਰਟੀ ਸੋਵੀਅਤ ਸੰਘ ਕਮਿਊਨਿਸਟ ਪਾਰਟੀ ਵਰਗੀ ਨਹੀਂ ਹੈ। 100 ਸਾਲ ਪੁਰਾਣੀ ਚੀਨ ਦੀ ਕਮਿਊਨਿਸਟ ਪਾਰਟੀ ਨੇ ਹੁਣੇ ਜਿਹੇ ਵੱਡਾ ਬਰਥਡੇ ਕੇਕ ਕੱਟਿਆ ਕਿ ਸ਼ਤਾਬਦੀ ਵਰ੍ਹਾ ਮਨਾਇਆ। ਅਮਰੀਕਾ ਤੇ ਚੀਨ ਵਿਚਕਾਰ ਸੰਭਾਵਤ ਠੰਡੀ ਜੰਗ ਤੇ ਗੌਂਗ ਨੇ ਪੁੱਛਿਆ, ਨਵੀਂ ਠੰਡੀ ਜੰਗ ਕਿੱਥੋਂ ਆਈ? ਲੋਕਾਂ ਨੂੰ ਕਿਉਂ ਲੱਗ ਰਿਹਾ ਕਿ ਠੰਡੀ ਜੰਗ ਪਰਤ ਰਹੀ ਹੈ? ਇਸ ਦਾ ਕਾਰਨ ਇਹ ਹੈ ਕਿ ਅਮਰੀਕਾ 'ਚ ਕੁਝ ਲੋਕਾਂ ਦੀ ਮਾਨਸਿਕਤਾ ਠੰਡੀ ਜੰਗ ਵਾਲੀ ਹੈ। ਉਹ ਚੀਨ ਨੂੰ ਸੋਵੀਅਤ ਸੰਘ ਵਾਂਗ ਲੈ ਰਹੇ ਨੇ, ਪਰ ਚੀਨ ਸੋਵੀਅਤ ਸੰਘ ਨਹੀਂ ਹੈ। ਉਹਨਾਂ ਨੇ ਜ਼ਿਕਰ ਕੀਤਾ ਕਿ ਅਮਰੀਕਾ 30 ਸਾਲ ਪਹਿਲਾਂ ਵਾਲਾ ਅਮਰੀਕਾ ਨਹੀਂ। ਬੀਜਿੰਗ ਦੇ ਹਿੱਤ ਵਾਸ਼ਿੰਗਟਨ ਨਾਲ ਪੱਚੇ ਹਨ। ਅਮਰੀਕਾ ਚੀਨ ਦਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ ਤੇ ਚੀਨ ਦੀ ਅਮਰੀਕਾ ਦਾ ਤੀਜਾ ਵੱਡਾ ਕਾਰੋਬਾਰੀ ਭਾਈਵਾਲ ਹੈ। ਅਮਰੀਕਾ ਦੇ ਚੋਟੀ ਦੇ ਛੂਤ ਰੋਗ ਮਾਹਰ ਡਾਕਟਰ ਐਂਥਨੀ ਫੌਚੀ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਘਰੇਲੂ ਉਡਾਣਾਂ ਦੇ ਯਾਤਰੀਆਂ ਲਈ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਤੇ ਵਿਚਾਰ ਕਰਨਾ ਚਾਹੀਦਾ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਚੋਟੀ ਦੇ ਡਾਕਟਰੀ ਸਲਾਹਕਾਰ ਫੌਚੀ ਨੇ ਕਿਹਾ ਕਿ ਅਜਿਹਾ ਜਨਾਦੇਸ਼ ਦੇਸ਼ ਦੀ ਪਛੜੀ ਟੀਕਾਕਰਨ ਦਰ ਨੂੰ ਵਧਾ ਸਕਦਾ ਹੈ। ਨਾਲੇ ਇਸ ਨਾਲ ਉਡਾਣ ਦੌਰਾਨ ਸੁਰੱਖਿਆ ਵੀ ਵਧੇਗੀ। ਵਰਤਮਾਨ ਵਿੱਚ ਸੰਘੀ ਨਿਯਮਾਂ ਵਿੱਚ 2 ਸਾਲ ਅਤੇ ਇਸ ਤੋਂ ਬਾਅਦ ਉਮਰ ਦੇ ਹਰੇਕ ਵਿਅਕਤੀ ਨੂੰ ਮਾਸਕ ਪਾਉਣ ਦੀ ਲੋੜ ਹੈ। ਫੌਚੀ ਨੇ MSNBC ਨੂੰ ਦੱਸਿਆ ਕਿ ਜਦੋਂ ਤੁਸੀਂ ਟੀਕਾਕਰਨ ਨੂੰ ਲਾਜ਼ਮੀ ਬਣਾਉਂਦੇ ਹੋ ਤਾਂ ਇਹ ਵਧੇਰੇ ਲੋਕਾਂ ਨੂੰ ਟੀਕਾਕਰਨ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਧਰ ਬਾਈਡਨ ਪ੍ਰਸ਼ਾਸਨ ਹੁਣ ਤੱਕ ਘਰੇਲੂ ਉਡਾਣਾਂ ਲਈ ਟੀਕਾਕਰਨ ਲਾਜ਼ਮੀ ਕਰਨ ਤੋਂ ਪਰਹੇਜ਼ ਕਰ ਰਿਹਾ। 2 ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਬਾਈਡਨ ਦੇ ਸਲਾਹਕਾਰ ਵਿਗਿਆਨੀਆਂ ਨੇ ਅਜੇ ਤੱਕ ਅਜਿਹੀ ਜ਼ਰੂਰੀ ਸ਼ਰਤ ਲਈ ਰਾਸ਼ਟਰਪਤੀ ਨੂੰ ਰਸਮੀ ਸਿਫਾਰਿਸ਼ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਯਾਤਰਾ ਲਈ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਨਾਲ ਕਈ ਲੌਜਿਸਟਿਕ ਅਤੇ ਕਾਨੂੰਨੀ ਚਿੰਤਾਵਾਂ ਵੀ ਪੈਦਾ ਹੋ ਸਕਦੀਆਂ ਨੇ। ਸੰਯੁਕਤ ਰਾਜ ਨੂੰ ਵਰਤਮਾਨ ਵਿੱਚ ਦੇਸ਼ 'ਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਲਈ ਪੂਰੀ ਟੀਕਾਕਰਨ ਦੀ ਲੋੜ ਹੈ। ਹਾਲਾਂਕਿ ਦੇਸ਼ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਕੋਈ ਲਾਗ ਨਾ ਹੋਣ ਦੀ ਰਿਪੋਰਟ ਦਿਖਾਉਣੀ ਹੋਏਗੀ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅੰਕੜਿਆਂ ਮੁਤਾਬਕ 24.1 ਕਰੋੜ ਤੋਂ ਵੱਧ ਅਮਰੀਕੀਆਂ ਨੂੰ ਐਂਟੀ ਕੋਵਿਡ-19 ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਮਰੀਜ਼ਾਂ ਲਈ ਆਈਸੋਲੇਸ਼ਨ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 5 ਦਿਨ ਕਰ ਦਿੱਤੀ ਹੈ ਅਤੇ ਉਹਨਾਂ ਦੇ ਨਜ਼ਦੀਕੀ ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਲਈ ਆਈਸੋਲੇਸ਼ਨ ਦੀ ਮਿਆਦ ਵੀ ਘਟਾ ਦਿੱਤੀ ਹੈ।
ਦੇਸ਼ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਦਿਸ਼ਾ ਨਿਰਦੇਸ਼ ਇਸ ਗੱਲ ਦੇ ਵੱਧਦੇ ਸਬੂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੇ ਗਏ ਨੇ ਕਿ ਲੱਛਣ ਦਿਖਾਈ ਦੇਣ ਤੋਂ 2 ਦਿਨ ਪਹਿਲਾਂ ਅਤੇ 3 ਦਿਨ ਬਾਅਦ ਕੋਰੋਨਾ ਵਾਇਰਸ ਜ਼ਿਆਦਾ ਛੂਤਕਾਰੀ ਹੁੰਦਾ ਹੈ। ਇਹ ਫੈਸਲਾ ਵਾਇਰਸ ਦੇ ਓਮਿਕਰੌਨ ਰੂਪ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਓਮਿਕਰੌਨ ਤੋਂ ਕੋਰੋਨਾ ਵਾਇਰਸ ਦੇ ਪਹਿਲੇ ਰੂਪਾਂ ਨਾਲੋਂ ਹਲਕੇ ਲੱਛਣ ਹੋ ਸਕਦੇ ਨੇ, ਪਰ ਵੱਡੀ ਗਿਣਤੀ ਵਿੱਚ ਲੋਕ ਸੰਕਰਮਿਤ ਹੋ ਰਹੇ ਨੇ ਅਤੇ ਕੁਆਰੰਟਾਈਨ ਸੈਂਟਰ, ਏਅਰਲਾਈਨਸ ਅਤੇ ਹੋਰ ਕਾਰੋਬਾਰ ਖੁੱਲ੍ਹੇ ਰਹਿਣ ਸੰਬੰਧੀ ਚੁਣੌਤੀ ਪੈਦਾ ਹੋ ਰਹੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਨਿਰਦੇਸ਼ਕ ਰੋਸ਼ੇਲ ਵੈਲੈਂਸਕੀ ਨੇ ਕਿਹਾ ਕਿ ਦੇਸ਼ ਵਿੱਚ ਓਮਿਕਰੌਨ ਦੇ ਬਹੁਤ ਸਾਰੇ ਮਾਮਲੇ ਦੇਖੇ ਜਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਗੰਭੀਰ ਨਹੀਂ ਹਨ ਅਤੇ ਬਹੁਤ ਸਾਰੇ ਮਰੀਜ਼ਾਂ ਵਿੱਚ ਲੱਛਣ ਨਹੀਂ ਦਿਸ ਰਹੇ। ਅਸੀਂ ਅਜਿਹੀ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਵਿਗਿਆਨ ਦੀ ਪਾਲਣਾ ਕਰਦੇ ਹੋਏ ਸਮਾਜ ਦੇ ਕੰਮਕਾਜ ਨੂੰ ਸੁਰੱਖਿਅਤ ਢੰਗ ਨਾਲ ਜਾਰੀ ਰੱਖ ਸਕੀਏ। ਨਵੇਂ ਨਿਰਦੇਸ਼ਾਂ ਮੁਤਾਬਕ ਸੰਕਰਮਿਤ ਪਾਏ ਜਾਣ ਤੋਂ ਬਾਅਦ ਹੁਣ ਲੋਕਾਂ ਨੂੰ 5 ਦਿਨਾਂ ਤੱਕ ਇਕਾਂਤਵਾਸ ਵਿੱਚ ਰਹਿਣਾ ਹੋਏਗਾ ਤੇ 5 ਦਿਨ ਦੀ ਮਿਆਦ ਦੇ ਅੰਤ ਵਿੱਚ ਕੋਈ ਲੱਛਣ ਨਾ ਹੋਣ ਤੇ ਉਹ ਕੰਮ ਤੇ ਵਾਪਸ ਆ ਸਕਦੇ ਨੇ, ਪਰ ਉਹਨਾਂ ਨੂੰ ਘੱਟੋ-ਘੱਟ ਹੋਰ 5 ਦਿਨਾਂ ਲਈ ਹਰ ਜਗ੍ਹਾ ਮਾਸਕ ਪਾਉਣਾ ਹੋਏਗਾ। ਇੱਥੋਂ ਤੱਕ ਕਿ ਘਰ ਵਿੱਚ ਵੀ ਜੇਕਰ 5 ਦਿਨਾਂ ਦੇ ਆਈਸੋਲੇਸ਼ਨ ਤੋਂ ਬਾਅਦ ਬਿਮਾਰੀ ਦੇ ਲੱਛਣ ਬਣੇ ਰਹਿੰਦੇ ਨੇ ਤਾਂ ਉਹਨਾਂ ਨੂੰ ਸਿਹਤਮੰਦ ਹੋਣ ਤੱਕ ਘਰ ਵਿੱਚ ਹੀ ਰਹਿਣਾ ਪਏਗਾ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿੱਚ ਐਤਵਾਰ ਨੂੰ ਬਾਅਦ ਦੁਪਹਿਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ 2 ਕਾਰਾਂ ਦੀ ਟੱਕਰ ਹੋਣ ਮਗਰੋਂ ਇੱਕ ਕਾਰ ਨੂੰ ਪੈਦਲ ਜਾਂਦੇ ਲੋਕ ਦਰੜ ਦਿੱਤੇ। ਇਸ ਹਾਦਸੇ ਵਿੱਚ ਡਰਾਈਵਰ ਸਣੇ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟੋਰਾਂਟੋ ਪੁਲਿਸ ਟ੍ਰੈਫਿਕ ਸਰਵਿਸ ਦੇ ਕਾਂਸਟੇਬਲ ਟੋਨੀ ਮਾਰਸ਼ੀਅਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ ਦੁਪਹਿਰ 2 ਵਜੇ ਟੋਰਾਂਟੋ ਦੇ ਯੋਂਗ ਤੇ ਰਿਚਮੰਡ ਸਟਰੀਟ ਦੇ ਚੌਰਾਹੇ ਤੇ 2 ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਦੌਰਾਨ ਇੱਕ ਕਾਰ ਸੜਕ ਕਿਨਾਰੇ ਪੈਦਲ ਜਾ ਰਹੇ ਲੋਕਾਂ ਨੂੰ ਦਰੜਦੀ ਹੋਈ ਚਲੀ ਗਈ, ਜਿਸ ਕਾਰਨ ਕਾਰ ਦੇ ਡਰਾਈਵਰ ਸਣੇ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਜ਼ਖਮੀ ਹੋਏ 8 ਲੋਕਾਂ ਵਿੱਚ ਇੱਕ ਨਾਬਾਲਗ ਲੜਕੇ ਸਣੇ 3 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ, ਜਦਕਿ ਇੱਕ ਨਾਬਾਲਗ ਲੜਕੇ ਸਣੇ 5 ਲੋਕ ਗੰਭੀਰ ਜ਼ਖਮੀ ਹਨ ਤੇ ਉਹਨਾਂ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਸਾਲ ਜਲਵਾਯੂ ਤਬਦੀਲੀ ਨੇ ਕੈਨੇਡਾ ਦੇ ਲੋਕਾਂ ਦਾ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਇਸ ਸਾਲ ਗਰਮੀ ਦੇ ਮੌਸਮ ਵਿੱਚ ਜਿੱਥੇ ਕੈਨੇਡਾ ਵਿੱਚ ਇੰਨੀ ਜ਼ਿਆਦਾ ਗਰਮੀ ਪਈ ਕਿ ਪਾਰਾ 108 ਡਿਗਰੀ ਫਾਰਨਹਾਈਟ ਨੂੰ ਪਾਰ ਕਰ ਗਿਆ ਅਤੇ ਸਮੁੰਦਰ ਦਾ ਪਾਣੀ ਤੇਜ਼ ਗਰਮ ਹੋਣ ਕਾਰਨ ਕਰੋੜਾਂ ਸਮੁੰਦਰੀ ਜੀਵ ਮਾਰੇ ਗਏ, ਉੱਥੇ ਹੁਣ ਕੈਨੇਡਾ ਵਿੱਚ ਸਰਦੀ ਦਾ ਮੌਸਮ ਵੀ ਜਾਨਲੇਵਾ ਬਣ ਚੁੱਕਿਆ। ਕੈਨੇਡਾ ਵਿੱਚ ਇੰਨੀ ਦਿਨੀ ਪਾਰਾ 0 ਤੋਂ 50 ਡਿਗਰੀ ਹੇਠਾਂ ਜਾ ਚੁੱਕਿਆ, ਜਿਸ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਇਸ ਸਮੇਂ ਕੈਨੇਡਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਰਾ 0 ਤੋਂ 50 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਚੁੱਕਾ ਹੈ। ਇਸ ਨਾਲ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਵਿੱਚ ਸਕੀ ਹਿਲਜ਼ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜਾਨਲੇਵਾ ਠੰਡ ਪੈ ਰਹੀ ਹੈ। ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਸਨਰਾਈਜ਼, ਐਡਮਿੰਟਨ, ਸਕੀ ਕਲੱਬ, ਸਨੋ ਵੈਲੀ ਅਤੇ ਰਾਬਰਟ ਹਿੱਲ ਨੂੰ ਜ਼ਿਆਦਾ ਠੰਡ ਪੈਣ ਕਾਰਨ ਬੰਦ ਕਰ ਦਿੱਤਾ ਗਿਆ। ਉੱਥੇ ਕੈਨੇਡਾ ਦੇ ਮੌਸਮ ਵਿਭਾਗ ਨੇ ਜ਼ਿਆਦਾ ਠੰਡ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਤਾਪਮਾਨ 0 ਤੋਂ -40 ਤੋਂ -50 ਡਿਗਰੀ ਸੈਲਸੀਅਸ ਹੇਠਾਂ ਰਹਿਣ ਦਾ ਅਨੁਮਾਨ ਹੈ। ਕੈਨੇਡਾ ਵਿੱਚ ਇਸ ਸਮੇਂ ਪਾਰਾ ਸਧਾਰਨ ਤੋਂ 40 ਡਿਗਰੀ ਹੇਠਾਂ ਜਾ ਚੁੱਕਾ ਹੈ ਅਤੇ ਇਸ ਗੱਲ ਦਾ ਖਦਸ਼ਾ ਹੈ ਕਿ ਅਗਲੇ ਹਫ਼ਤੇ ਪ੍ਰਸ਼ਾਂਤ ਨਾਰਥ ਵੈਸਟ ਵਿੱਚ ਹੋਰ ਜ਼ਿਆਦਾ ਠੰਡ ਪਏਗੀ ਅਤੇ ਤਾਪਮਾਨ ਹੋਰ ਡਿੱਗ ਜਾਏਗਾ, ਜਿਸ ਨਾਲ ਪੋਰਟਲੈਂਡ ਅਤੇ ਸਿਆਟਲ ਵਿੱਚ ਭਾਰੀ ਬਰਫ਼ਬਾਰੀ ਅਤੇ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਰਹੇਗੀ। ਕੈਨੇਡਾ ਮੌਸਮ ਵਿਭਾਗ ਮੁਤਾਬਕ ਕੈਨੇਡਾ ਦੀ ਬਜਾਏ ਅਮਰੀਕਾ ਵਿੱਚ ਪਾਰਾ ਸਧਾਰਨ ਹੈ ਅਤੇ ਅਮਰੀਕਾ ਵਿੱਚ ਇਸ ਸਮੇਂ ਬਸੰਤ ਜਿਹਾ ਮਹੀਨਾ ਹੈ, ਪਰ ਕੈਨੇਡਾ ਵਿੱਚ ਸਥਿਤੀ ਕਾਫੀ ਵਿਪਰੀਤ ਹੈ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੂਰਾ ਮੂੰਹ ਢੱਕ ਕੇ ਇੱਕ ਵਿਅਕਤੀ ਜਲਿਆਂਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦਾ ਐਲਾਨ ਕਰ ਰਿਹਾ। ਵੀਡੀਓ ਵਿੱਚ ਉਹ ਖੁਦ ਨੂੰ ਭਾਰਤੀ ਸਿੱਖ ਦੱਸ ਰਿਹਾ। ਹੁਣ ਇਸ ਮਾਮਲੇ ਦੀ ਜਾਂਚ ਸਕਾਟਲੈਂਡ ਯਾਰਡ ਨੇ ਆਰੰਭ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਿੰਡਸਰ ਕਿਲੇ ਵਿੱਚ ਇੱਕ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਗਿਆ। ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਵੀਡੀਓ ਨੂੰ ਘੁਸਪੈਠੀਏ ਨਾਲ ਜੋੜ ਕੇ ਦੇਖਿਆ। ਸਨੈਪਸ਼ਾਟ ਉੱਤੇ ਸਾਂਝੀ ਕੀਤੀ ਵੀਡੀਓ ਵਿੱਚ ਮੂੰਹ ਢੱਕ ਕੇ ਵਿਅਕਤੀ ਖੁਦ ਨੂੰ ਭਾਰਤੀ ਸਿੱਖ ਜਸਵੰਤ ਸਿੰਘ ਚਹਿਲ ਦੱਸ ਰਿਹਾ ਤੇ ਐਲਾਨ ਕਰ ਰਿਹਾ ਕਿ ਉਹ 1919 ਵਿੱਚ ਵਾਪਰੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਦੀ ਹੱਤਿਆ ਕਰਨਾ ਚਾਹੁੰਦਾ ਹੈ। ਵਿੰਡਸਰ ਤੋਂ ਜਿਸ 19 ਸਾਲਾ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ, ਪੁਲਿਸ ਮੁਤਾਬਕ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੈ।
ਆਸਟ੍ਰੇਲੀਆ ਵਿੱਚ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਪੱਛਮੀ ਆਸਟ੍ਰੇਲੀਆ ਰਾਜ ਵਿੱਚ ਅੱਤ ਦੀ ਗਰਮੀ ਦੌਰਾਨ ਬੁਸ਼ ਫਾਇਰ ਨੇ ਮੁਸ਼ਕਲਾਂ ਵਧਾ ਦਿੱਤੀਆਂ ਨੇ। ਖੇਤਰ ਵਿੱਚ ਦੋ ਭਿਆਨਕ ਜੰਗਲੀ ਝਾੜੀਆਂ ਦੀ ਅੱਗ ਨੇ ਜਾਨ ਅਤੇ ਮਾਲ ਨੂੰ ਖਤਰਾ ਪੈਦਾ ਕਰ ਦਿੱਤਾ ਹੈ। ਸੋਮਵਾਰ ਨੂੰ WA ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਰਾਜ ਦੀ ਰਾਜਧਾਨੀ ਪਰਥ ਤੋਂ ਲਗਭਗ 55 ਕਿਲੋਮੀਟਰ ਪੂਰਬ ਵਿੱਚ ਮੁੰਡਰਿੰਗ ਦੇ ਸ਼ਹਿਰ ਅਤੇ ਸਵਾਨ ਸ਼ਹਿਰ ਦੇ ਵਰੋਲ ਚਿਡੋਲੋ ਅਤੇ ਗਿਡਗੇਨਅਪ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਲਈ ਬੁਸ਼ਫਾਇਰ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਹੈ। ਵਸਨੀਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ। ਮੁੰਦਰਿੰਗ ਅਰੀਨਾ ਵਿਖੇ ਇੱਕ ਨਿਕਾਸੀ ਕੇਂਦਰ ਸਥਾਪਿਤ ਕੀਤਾ ਗਿਆ। ਐਤਵਾਰ ਨੂੰ ਲੱਗੀ ਝਾੜੀਆਂ ਦੀ ਅੱਗ ਨੇ ਪਹਿਲਾਂ ਹੀ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਰਾਸ਼ਟਰੀ ਪ੍ਰਸਾਰਕ ABC ਦੀ ਇੱਕ ਰਿਪੋਰਟ ਮੁਤਾਬਕ ਲਗਭਗ 250 ਫਾਇਰ ਫਾਈਟਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ, ਜਦਕਿ 155 ਹੈਕਟੇਅਰ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ। DFIS ਨੇ ਪਰਥ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿੱਚ ਅਗੋਸਟਾ ਮਾਰਗਰੇਟ ਨਦੀ ਦੇ ਸ਼ਹਿਰ ਵਿੱਚ ਟ੍ਰਿਟਨ ਅਤੇ ਔਸਮਿੰਗਟਨ ਦੇ ਕੁਝ ਹਿੱਸਿਆਂ ਵਿੱਚ ਵਸਨੀਕਾਂ ਲਈ ਇਸ ਤਰ੍ਹਾਂ ਦੀ ਬੁਸ਼ਫਾਇਰ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰ ਪੱਛਮੀ ਵਿਭਾਗ ਐਂਟੀਕੋਇਆ ਨੇ ਸੈਨ ਲੁਈਸ ਦੀ ਕੋਲੰਬੀਆ ਦੀ ਨਗਰ ਪਾਲਿਕਾ ਨੇੜੇ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, 28 ਜ਼ਖਮੀ ਹੋ ਗਏ ਨੇ, ਜਦਕਿ 8 ਦੀ ਹਾਲਾਤ ਗੰਭੀਰ ਨੇ। ਐਂਟੀਓਕੀਆ ਦੇ ਟ੍ਰੈਫਿਕ ਐਂਡ ਹਾਈਵੇ ਪੁਲਿਸ ਕਮਾਂਡਰ ਜੈਮਸ ਰਾਮੀਰੇਜ਼ ਨੇ ਕਿਹਾ ਕਿ ਹਾਦਸਾ ਸੋਮਵਾਰ ਸਵੇਰੇ ਵਾਪਰਿਆ, ਜਿਸ ਤੋਂ ਬਾਅਦ ਮੌਕੇ ਤੇ ਪੁੱਜੇ ਫਾਇਰ ਫਾਈਟਰਾਂ ਨੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਹਸਪਤਾਲ ਦੇ ਐਮਰਜੈਂਸੀ ਨੈਟਵਰਕ ਨੂੰ ਵੀ ਤੁਰੰਤ ਸਰਗਰਮ ਕਰ ਦਿੱਤਾ ਗਿਆ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਪਾ ਕੇ ਸਰਕਾਰੀ ਜਾਂ ਗੈਰ ਸਰਕਾਰੀ ਦਫ਼ਤਰਾਂ ਵਿੱਚ ਪਾਬੰਦੀ ਦੇ ਦਿੱਤੇ ਆਦੇਸ਼ਾਂ ਖਿਲਾਫ ਹੁਣ ਪੇਸ਼ਾਵਰੀ ਸਿੱਖ ਆਪਣੀ ਸਰਕਾਰ ਖਿਲਾਫ ਬਿਗਲ ਵਜਾਉਂਦੇ ਹੋਏ ਕੇਸ ਦਾਇਰ ਕਰ ਰਹੇ ਨੇ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ ਵਿਖੇ ਸਥਿਤ ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰਾ ਭਾਈ ਜੋਗਾ ਸਿੰਘ ਤੇ ਪਿਸ਼ਾਵਰ ਦੀਆਂ ਸੰਗਤਾਂ ਬਾਬਾ ਹਰਮੀਤ ਸਿੰਘ, ਬਾਬਾ ਗੁਰਪਾਲ ਸਿੰਘ ਪਿਸ਼ਾਵਰ ਵੱਲੋਂ ਪਿਸ਼ਾਵਰ ਦੀ ਅਦਾਲਤ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਦਸਤਾਵੇਜ਼ ਲਗਾ ਕੇ ਕੇਸ ਦਾਇਰ ਕੀਤਾ ਗਿਆ। ਇਸ ਦੌਰਾਨ ਖੈਬਰ ਪਖਤੂਨਖਵਾ ਦੀ ਸਰਕਾਰ ਵੱਲੋਂ ਸਿੱਖਾਂ ਦੇ ਕਕਾਰ ਪਹਿਨ ਕੇ ਅਦਾਲਤੀ ਕੰਪਲੈਕਸ ਜਾਂ ਸਰਕਾਰੀ ਅਦਾਰਿਆਂ ਵਿੱਚ ਲਾਈ ਗਈ ਰੋਕ ਸੰਬੰਧੀ ਉਹਨਾਂ ਪਿਸ਼ਾਵਰੀ ਅਦਾਲਤਾਂ ਵਿੱਚ ਦੱਸਿਆ ਕਿ ਕਿਰਪਾਨ ਕੋਈ ਹਥਿਆਰ ਨਹੀਂ, ਬਲਕਿ ਸਿੱਖਾਂ ਦੇ ਗੁਰੂਆਂ ਵੱਲੋਂ ਪਹਿਨਾਏ ਗਏ ਸਿੰਘਾਂ ਨੂੰ 5 ਕਕਾਰਾਂ ਵਿੱਚ ਸ਼ਾਮਲ ਹੈ, ਜਿਸ ਲਈ ਪੂਰੀ ਦੁਨੀਆ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਆਗਿਆ ਹੈ। ਉਹਨਾਂ ਨੇ ਦੱਸਿਆ ਕਿ ਕਈ ਦੇਸ਼ਾਂ ਦੇ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਆਜ਼ਾਦੀ ਦਿੱਤੀ ਗਈ ਹੈ। ਪਾਕਿਸਤਾਨ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਵੱਡੇ ਬਦਲਾਅ ਦੀ ਸਕ੍ਰਿਪਟ ਤਿਆਰ ਹੋ ਗਈ ਹੈ। ਖਬਰਾਂ ਮੁਤਾਬਕ ਨਵੰਬਰ 2019 ਤੋਂ ਲੰਡਨ ਵਿੱਚ ਰਹਿ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਵੇਂ ਸਾਲ 2022 ਦੇ ਪਹਿਲੇ ਮਹੀਨੇ ਦੇਸ਼ ਪਰਤ ਰਹੇ ਨੇ। ਪਾਕਿਸਤਾਨ ਵਿੱਚ ਫੌਜ ਦੇ ਸਮਰਥਨ ਤੋਂ ਬਿਨਾਂ ਕਿਸੇ ਵੀ ਸਰਕਾਰ ਦਾ ਸੱਤਾ ਵਿੱਚ ਰਹਿਣਾ ਅਸੰਭਵ ਹੈ। ਲੰਡਨ ਵਿੱਚ ਰਹਿ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜਨਵਰੀ ਵਿੱਚ ਵਾਪਸ ਆਪਣੇ ਦੇਸ਼ ਪਰਤ ਰਹੇ ਨੇ। ਉਹ ਖੁਦ ਨੂੰ ਕੋਰਟ ਦੇ ਸਾਹਮਣੇ ਪੇਸ਼ ਕਰਨਗੇ, ਨਿਯਮਤ ਸੁਣਵਾਈ ਹੋਏਗੀ, ਫੌਜ ਦੇ ਦਖਲ ਤੋਂ ਬਰੀ ਹੋਣਗੇ। ਨਵਾਜ਼ ਸ਼ਰੀਫ ਇੱਕ ਵਾਰ ਫਿਰ PM ਬਣਨਗੇ। ਬੇਨਜ਼ੀਰ ਮਾਮਲੇ ਵਿੱਚ ਇਹ ਹੋ ਚੁੱਕਾ ਹੈ। ਫੌਜ ਨੇ ਬਦਲਾਅ ਦੇ ਨਾਂ ਤੇ ਇਮਰਾਨ ਨੂੰ ਸੱਤਾ 'ਚ ਲਿਆਂਦਾ, ਪਰ ਉਹ ਪੂਰੀ ਤਰ੍ਹਾਂ ਅਸਫਲ ਰਹੇ। ਦੇਸ਼ ਵਿੱਚ ਉਹਨਾਂ ਵਿਰੁੱਧ ਨਫ਼ਰਤ ਪੈਦਾ ਕੀਤੀ ਗਈ ਹੈ। ਇਮਰਾਨ ਦੀਆਂ ਕਾਰਵਾਈਆਂ ਕਾਰਨ ਫੌਜ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਲਈ ਇੱਕ ਵਿਚਕਾਰ ਰਸਤਾ ਲੱਭਿਆ ਗਿਆ। 3 ਸਾਲਾਂ ਤੋਂ ਖਾਮੋਸ਼ ਪਾਕਿਸਤਾਨ ਦਾ ਮੁੱਖ ਮੀਡੀਆ ਹੁਣ ਨਵਾਜ਼ ਦੀ ਵਾਪਸੀ ਅਤੇ ਇਮਰਾਨ ਬਾਰੇ ਖੁੱਲ੍ਹ ਕੇ ਖਬਰਾਂ ਦੇ ਰਿਹਾ। ਦੱਸਿਆ ਜਾ ਰਿਹਾ ਕਿ ਨਵਾਜ਼ ਦੀ ਫੌਜ ਲੰਡਨ ਨਾਲ ਗੁਪਤ ਗੱਲਬਾਤ ਹੋਈ ਹੈ ਅਤੇ ਜਨਵਰੀ ਵਿੱਚ ਵਾਪਸ ਆਉਣ ਤੋਂ ਬਾਅਦ ਕੁਝ ਦਿਨ ਜੇਲ੍ਹ ਰਹਿਣਗੇ ਅਤੇ ਫਿਰ ਉਹ PM ਬਣ ਸਕਦੇ ਨੇ। ਨਵਾਜ਼ ਦੀ ਦੇਸ਼ ਵਾਪਸੀ ਦੀ ਸਕ੍ਰਿਪਟ ਦੇ 3 ਮਹੀਨਿਆਂ ਤੋਂ ਕੰਮ ਚੱਲ ਰਿਹਾ। ਮਲੋਟ ਡਿਵੀਜ਼ਨ ਦੇ ਪਿੰਡ ਇਨਾ ਖੇੜਾ ਦੇ ਗੁਰਦੁਆਰਾ ਬਾਬਾ ਬਿਧੀ ਚੰਦ ਵਿਖੇ ਸੋਮਵਾਰ ਸਵੇਰੇ 9 ਵਜੇ ਦੇ ਕਰੀਬ 22 ਸਾਲਾ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਵਿਹੜੇ ਵਿੱਚ ਲੈ ਗਿਆ, ਪਰ ਲਾਗਲੇ ਕਮਰੇ ਵਿੱਚ ਮੌਜੂਦ ਗ੍ਰੰਥੀ ਅਤੇ ਦੋਸ਼ੀ ਨੌਜਵਾਨ ਦੇ ਪਿਤਾ ਨੇ ਉਸ ਤੇ ਕਾਬੂ ਪਾ ਲਿਆ ਅਤੇ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ। ਦੋਸ਼ੀ ਨੌਜਵਾਨ ਮਾਨਸਿਕ ਤੌਰ ਤੇ ਬਿਮਾਰ ਦੱਸਿਆ ਜਾ ਰਿਹਾ। ਪ੍ਰਬੰਧਕਾਂ ਵੱਲੋਂ ਸਾਰਾ ਦਿਨ ਮਾਮਲਾ ਤੂਲ ਫੜ ਕੇ ਰੱਖਿਆ ਗਿਆ। ਇਸ ਮਾਮਲੇ ਦਾ ਪੁਲਿਸ ਨੂੰ ਰਾਤ ਕਰੀਬ 9 ਵਜੇ ਪਤਾ ਲੱਗਾ ਤਾਂ ਉਹਨਾਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਗ੍ਰੰਥੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਹ ਨਿਤਨੇਮ ਕਰਕੇ ਆਪਣੇ ਕਮਰੇ ਵਿੱਚ ਚਲੇ ਗਏ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਸੇਵਾਦਾਰ ਸੰਤੋਖ ਸਿੰਘ ਦੇ ਲੜਕੇ ਅਰਸ਼ਦੀਪ ਪੁੱਜਾ। ਪਹਿਲਾਂ ਉਸਨੇ ਗ੍ਰੰਥ ਨਾਲ ਛੇੜਛਾਨੀ ਕੀਤੀ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਵਿਹੜੇ ਵਿੱਚ ਲੈ ਗਿਆ। ਇਸ ਤੇ ਤੁਰੰਤ ਕਾਬੂ ਪਾ ਲਿਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ।
ਦੋਸ਼ੀ ਨੌਜਵਾਨ ਖੁਦ ਵੀ ਅਕਸਰ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦਾ ਰਿਹਾ। ਉਸਦੇ ਪਿਤਾ ਸੰਤੋਖ ਸਿੰਘ ਇੱਥੇ ਸੇਵਾ ਕਰਦੇ ਰਹੇ ਨੇ। ਦੂਜੇ ਪਾਸੇ ਇਹ ਮਾਮਲਾ ਪੂਰਾ ਦਿਨ ਲਟਕਦਾ ਰਿਹਾ। ਇਹ ਗੁਰਦੁਆਰਾ ਬਾਬਾ ਬਿਧੀ ਚੰਦ ਨਿਹੰਗ ਸਿੰਘ ਦਲ ਅਧੀਨ ਚਲਾਇਆ ਜਾਂਦਾ ਹੈ। ਘਟਨਾ ਤੋਂ ਬਾਅਦ ਪ੍ਰਬੰਧਕ ਦੋਸ਼ੀ ਨੂੰ ਨੌਜਵਾਨ ਅਰਸ਼ਦੀਪ ਨੂੰ ਬਾਬਾ ਬਿਧੀ ਚੰਦ ਨਿਹੰਗ ਸਿੰਘ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਨੇੜੇ ਸੁਰ ਸਿੰਘ ਵਾਲਾ ਲੈ ਗਏ। ਇਸ ਘਟਨਾ ਦਾ ਜਦੋਂ ਰਾਤ 8:30 ਵਜੇ ਤੱਕ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕਰੀਬ 9 ਵਜੇ ਮਲੋਟ ਦੇ ਡੀਐਸਪੀ ਜਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਇਸ ਗੁਰਦੁਆਰਾ ਸਾਹਿਬ ਨੂੰ ਹਾਲ ਹੀ ਵਿੱਚ ਨਵਾਂ ਬਣਾਇਆ ਗਿਆ ਹੈ। ਇੱਥੇ ਕਰੀਬ 15 ਦਿਨ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਫਿਲਹਾਲ ਗੁਰਦੁਆਰਾ ਸਾਹਿਬ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ। ਕੁਝ ਪਿੰਡ ਵਾਸੀਆਂ ਅਤੇ ਮੁਲਜ਼ਮ ਨੌਜਵਾਨ ਦੇ ਪਿਤਾ ਸੰਤੋਖ ਸਿੰਘ ਨੇ ਵੀ ਦੱਸਿਆ ਕਿ ਮੁਲਜ਼ਮ ਅਰਸ਼ਦੀਪ ਮਾਨਸਿਕ ਤੌਰ ਤੇ ਬਿਮਾਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਦੌਰੇ ਤੇ ਆ ਸਕਦੇ ਨੇ। ਪੰਜਾਬ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਅਹਿਮ ਪੈਕੇਜ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਬਾਰਡਰ ਤੇ ਕੀਤੇ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਾਖ ਕਾਫੀ ਖਰਾਬ ਕੀਤੀ ਹੈ, ਜਿਸ ਕਰਕੇ ਪ੍ਰਧਾਨ ਮੰਤਰੀ ਚਾਹੁੰਦੇ ਨੇ ਕਿ ਪੰਜਾਬ ਲਈ ਕੁਝ ਅਜਿਹਾ ਪੈਕੇਜ ਦਿੱਤਾ ਜਾਵੇ ਜਿਸ ਨਾਲ ਪਾਰਟੀ ਦੀ ਸਾਖ ਦੁਬਾਰਾ ਬਹਾਲ ਹੋ ਸਕੇ। ਇਹ ਪੈਕੇਜ ਕਾਫੀ ਵੱਡਾ ਹੋ ਸਕਦਾ ਹੈ, ਜਿਵੇਂ ਚੰਡੀਗੜ੍ਹ ਪੰਜਾਬ ਨੂੰ ਦੇਣਾ, ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਨੂੰ ਰਿਹਾ ਕਰਨਾ, ਜਿਨ੍ਹਾਂ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿਰਾ ਸਮੇਤ ਹੋਰ ਵੀ ਬਹੁਤ ਸਾਰੇ ਬੰਦੀ ਸਿੱਖ ਸ਼ਾਮਲ ਨੇ। ਪੰਜਾਬ ਸਿਰ ਚੜਿਆ 2,82,000 ਕਰੋੜ ਦਾ ਕਰਜ਼ਾ ਮੁਆਫ ਕਰਨਾ, ਕਿਸਾਨਾਂ ਦੇ ਜਾਤੀ ਕਰਜ਼ੇ ਮਾਫ ਕਰਨੇ ਵੀ ਇਸ ਪੈਕੇਜ ਵਿੱਚ ਸ਼ਾਮਲ ਹੋ ਸਕਦੇ ਨੇ। ਇਸ ਤੋਂ ਇਲਾਵਾ ਸਨਅਤਾਂ ਅਤੇ ਖੇਤੀ ਖੇਤਰਾਂ ਵਿੱਚ ਵੱਡੀਆਂ ਰਾਹਤਾਂ ਵੀ ਦਿੱਤੀਆਂ ਜਾ ਸਕਦੀਆਂ ਨੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਦੀ 2019 ਚ ਪੰਜਾਬ ਵਿੱਚ ਸਨ। ਉਸ ਵਕਤ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਉਦਘਾਟਨ ਕੀਤਾ ਸੀ। ਉਦੋਂ ਉਹਨਾਂ ਦਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੀ। ਇਸ ਵਾਰ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਰੈਲੀ ਫਿਰੋਜ਼ਪੁਰ ਵਿਖੇ ਕਰਨਗੇ, ਕਿਉਂਕਿ ਬੀਜੇਪੀ ਨੂੰ ਆਪਣੇ ਤੌਰ ਤੇ ਪੰਜਾਬ ਵਿੱਚ ਇਕੱਠ ਕਰਨਾ ਥੋੜਾ ਮੁਸ਼ਕਿਲ ਹੋ ਸਕਦਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਰੈਲੀ ਦੀ ਕਾਮਯਾਬੀ ਲਈ ਉਹਨਾਂ ਦਾ ਸਾਥ ਦੇਣਗੇ। ਇਸ ਦੇ ਨਾਲ ਇਹ ਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਪਾਰਟੀਆਂ ਦੇ ਬਹੁਤ ਸਾਰੇ ਸੀਨੀਅਰ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਬੀਜੇਪੀ ਵਿੱਚ ਸ਼ਮੂਲੀਅਤ ਕਰ ਜਾਣ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।